कृपा करो दीन के दाते। मेरा गुण अवगन न विचारहु कोई। माटी का क्या तो पै स्वामी, मानस की गत एही। माटी का क्या तो पै स्वामी, मानस की गत एही। वाहिगुरु साहिब जी। महला पहला। मिट्टी मुसलमान की, पेड़ पई कुम्हार। घड़ पांडे इट्टा किया, जल्दी करे पुकार। घड़ पांडे इट्टा किया, जल्दी करे पुकार। वाहिगुरु जी का खालसा, वाहिगुरु जी की फतेह। सतगुरां दी पावन पवित्र हजूरी विच जुड़ बैठे सत संगी जनों, वडभागे हो। सतगुरां दी हजूरी विच जुड़ बैठ करके आप जी ने अमृतमई बाणी दे कीर्तन हुणे श्रवण कीते, उपरंत जो लड़ीवार आपां आसा जी दी वार बाणी दी विचार कर रहे हाँ, उस बाणी दी विचार नाल जुड़न दा आप जी यतन कर रहे हो। अज दा ये श्लोक पहले पातशाह गुरु नानक साहिब सतगुरां दा उचारिया होया। ये पौड़ी भी नाल साहिब गुरु नानक साहिब जी की उचारण की है, तो श्लोक दे नाल अज इस पौड़ी नूं विचारण दा आपां यतन करांगे। सतगुरु रहमत करन। विचारां दी आरंभता तो पहला अपनियां मनोवृत्तियां नूं करो एकागर, रसना नूं करो पवित्र, करो गुरफतेह दी सांझ। वाहिगुरु जी का खालसा, वाहिगुरु जी की फतेह। अज दा ये पावन श्लोक, क्योंकि इस पौड़ी दे नाल दो श्लोक हैं। पहले श्लोक दे अंदर जगत गुरु गुरु नानक साहिब जी ने मुसलमान वीरां दा जिक्र किया, हिंदू वीरां दा जिक्र, जोगियां दा जिक्र किया, दान करन वालियां दा जिक्र भी किया। पर साहब सच्चे पातशाह जी ने एक बचन आखिया सी, कहंदे भाई जिहड़ा उस परमात्मा की बंदगी उहदे नाम नाल जुड़ेगा असल विच उही प्रवान होएगा, दूजा नहीं। दूजे श्लोक दे अंदर अज फिर मेरे पातशाह जी ने शरा दा जिक्र किया है। शरा दे अंदर की कुछ है, क्योंकि मैं कल बेनती कर चुकिया कि हर धर्म के अपने नियम हैं। इस्लाम की अपनी शरा है, तो शरा के अनुसार एक गल जिहड़ी वो नीयत कर दी गई कि मौत तो बाद इंसान नूं दफनाया जाएगा, उहदा संस्कार नहीं किया जाना, उहनूं साड़िया नहीं जाना। जिस वेले मौत आनी है ना इंसान नूं, शरा दा एक नियम है। शरा ये गल कह रही है कि मौत तो बाद इंसान नूं दफनाया जाएगा,
ਉਹਦਾ ਕਾਰਨ ਵੀ ਹੈ ਇੱਕ। ਉਹ ਕਹਿੰਦੇ ਸਮਾਂ ਆਉਣਾ ਹੈ ਜਿਹਦੇ ਵਾਸਤੇ ਸ਼ਬਦ ਵਰਤਿਆ ਗਿਆ ਰੋਜ਼ੇ ਕਿਆਮਤ, ਇੰਗਲਿਸ਼ ਦੇ ਅੰਦਰ ਜਿਹਨੂੰ ਈਸਾਈ ਵੀਰ ਦਾ ਜੱਜਮੈਂਟ ਡੇ ਵੀ ਕਹਿੰਦੇ ਹਨ, ਕਿ ਉਸ ਦਿਨ ਖੁਦਾ, ਉਸ ਦਿਨ ਗੌਡ ਆਏਗਾ, ਉਹ ਕਬਰਾਂ ਦੇ ਅੰਦਰੋਂ ਮੁਰਦਿਆਂ ਨੂੰ ਬਾਹਰ ਕੱਢ ਕੇ ਉਹਨਾਂ ਦਾ ਹਿਸਾਬ ਕਰੇਗਾ ਅਤੇ ਜਿਹੜੇ ਭਲੇ ਨੇ ਆਪਣੇ ਨਾਲ ਲੈ ਜਾਏਗਾ। ਕਹਿਣ ਦਾ ਭਾਵ ਸ਼ਰਅ ਕਹਿ ਰਹੀ ਹੈ ਕਿ ਜੇ ਇਨਸਾਨ ਨੂੰ ਸਾੜ ਦਿੱਤਾ ਗਿਆ, ਉਹਦਾ ਸੰਸਕਾਰ ਕਰ ਦਿੱਤਾ ਗਿਆ ਸ਼ਰਅ ਦੇ ਅਨੁਸਾਰ, ਜਿਹਨੂੰ ਮਰਨ ਤੋਂ ਬਾਅਦ ਸਾੜਿਆ ਕਹਿੰਦੇ ਉਹ ਦੋਜ਼ਖ ਦੀ ਅਗਨ ਦੇ ਅੰਦਰ ਵੀ ਸੜੇਗਾ, ਉਹਨੂੰ ਸੜਨਾ ਪਏਗਾ, ਦੋਜ਼ਖ ਦੀ ਅਗਨ ਦੇ ਅੰਦਰ ਸੜੇਗਾ। ਇਸ ਕਰਕੇ ਉਹ ਦਫਨਾਉਂਦੇ ਹਨ। ਈਸਾਈ ਧਰਮ ਦੇ ਅੰਦਰ ਵੀ ਬਿਲਕੁਲ ਇਸੇ ਤਰ੍ਹਾਂ ਹੈ, ਕਿਉਂਕਿ ਦੋਨੋਂ ਧਰਮ ਯਹੂਦੀਆਂ ਦੇ ਵਿੱਚੋਂ ਬਾਹਰ ਨਿਕਲੇ ਨੇ, ਚਾਹੇ ਉਹ ਈਸਾਈ ਹੈ ਅਤੇ ਚਾਹੇ ਉਹ ਇਸਲਾਮ ਧਰਮ ਹੈ। ਦੋਨਾਂ ਦੇ ਰਹੁ ਰੀਤਾਂ ਜਿਹੜੀਆਂ ਨੇ ਉਹ ਲਗਭਗ ਸੇਮ ਨੇ, ਬਰਾਬਰ ਹਨ। ਫਰਕ ਧਰਮ ਦੇ ਅੰਦਰ ਪੈਂਦਾ ਜਾਂਦਾ ਹੈ। ਉੱਥੇ ਸ਼ਰਾਬ ਚੜ੍ਹਾਈ ਜਾਂਦੀ ਹੈ ਗੌਡ ਨੂੰ, ਇੱਥੇ ਸ਼ਰਾਬ ਜਿਹੜੀ ਉਹ ਬਿਲਕੁਲ ਮਨਾਹੀ ਕੀਤੀ ਗਈ ਹੈ। ਖੈਰ ਇਹ ਵਿਸ਼ਾ ਨਹੀਂ ਅੱਜ ਦਾ। ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਲਿਓ ਜੇ ਤੁਹਾਡੀ ਸ਼ਰਅ ਕਹਿ ਰਹੀ ਹੈ ਕਿ ਅਗਨ ਭੇਟ ਸਰੀਰ ਨਹੀਂ ਕਰਨਾ, ਜੇ ਤੁਹਾਡੀ ਸ਼ਰਅ ਕਹਿ ਰਹੀ ਹੈ ਕਿ ਮੁਰਦੇ ਨੂੰ ਦਫਨਾਉਣਾ ਹੈ, ਅਤੇ ਅੱਜ ਗੁਰੂ ਨਾਨਕ ਸਾਹਿਬ ਨੇ ਇੱਕ ਐਗਜ਼ੈਂਪਲ ਬੜੇ ਕਮਾਲ ਦੀ ਦਿੱਤੀ ਹੈ। ਅੱਜ ਦਾ ਜਿਹੜਾ ਸਲੋਕ ਹੈ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਹੁਣ ਜਦੋਂ ਘੁਮਿਆਰ ਭਾਂਡੇ ਬਣਾਉਂਦੇ ਨੇ ਨਾ, ਪਹਿਲੇ ਸਮਿਆਂ ਦੇ ਅੰਦਰ ਕਿਤੇ ਬਜ਼ੁਰਗ ਘੁਮਿਆਰ ਕੁਝ ਮਿਲ ਜਾਣ ਤੇ ਉਹਨਾਂ ਨੂੰ ਪੁੱਛਿਓ, ਉਹ ਦੱਸਣਗੇ ਕਿ ਘੁਮਿਆਰ ਦੀ ਸਭ ਤੋਂ ਪਸੰਦੀਦਾ ਮਿੱਟੀ ਜਿਹੜੀ ਹੁੰਦੀ ਨਾ, ਉਹ ਕਬਰਾਂ ਦੀ ਮਿੱਟੀ ਹੁੰਦੀ ਹੈ, ਕਬਰਸਤਾਨ ਦੀ ਮਿੱਟੀ, ਚੀਕਣੀ ਮਿੱਟੀ। ਗੁਰੂ ਨਾਨਕ ਸਾਹਿਬ ਨੇ ਆਖਿਆ, ਕਹਿੰਦੇ ਘੁਮਿਆਰ ਨੇ ਭਾਂਡੇ ਬਣਾਉਣੇ ਨੇ, ਇੱਟਾਂ ਬਣਾਉਣੀਆਂ, ਹੁਣ ਉਹ ਚਾਹੁੰਦਾ ਹੈ ਕਿ ਮੈਨੂੰ ਮਿੱਟੀ ਬੜੇ ਕਮਾਲ ਦੀ ਮਿਲੇ, ਚੀਕਣੀ ਮਿਲੇ, ਜਿਹਦੇ ਨਾਲ ਭਾਂਡੇ ਬੜੇ ਪੱਕੇ ਬਣਨ, ਬੜੇ ਮਜ਼ਬੂਤ ਬਣਨ, ਜਿਹਦੇ ਨਾਲ ਭਾਂਡਿਆਂ ਦੇ ਉੱਪਰ ਰੰਗ ਬੜਾ ਲਾਲ, ਬੜਾ ਸੁਰਖ ਰੰਗ ਆਵੇ, ਵੇਖਣ ਵਿੱਚ ਵੀ ਸੋਹਣੇ ਲੱਗਣ, ਅਤੇ ਮਿੱਟੀ ਚੰਗੀ ਚਾਹੀਦੀ ਹੈ। ਗੁਰੂ ਬਾਬੇ ਨੇ ਆਖਿਆ, ਕਹਿੰਦੇ ਹੁਣ ਘੁਮਿਆਰ ਚੰਗੀ ਮਿੱਟੀ ਦੇ ਵਾਸਤੇ ਕਬਰਾਂ ਵੱਲ ਚਲਾ ਗਿਆ, ਕਬਰਿਸਤਾਨ ਪਹੁੰਚ ਗਿਆ, ਉੱਥੋਂ ਉਹਨੇ ਮਿੱਟੀ ਲਈ, ਉਸ ਮਿੱਟੀ ਨੂੰ ਪੱਟਿਆ, ਪੱਟ ਕੇ ਆਪਣੇ ਨਾਲ ਲੈ ਗਿਆ, ਘਰ ਜਾ ਕੇ ਉਸ ਮਿੱਟੀ ਨੂੰ ਗੁੰਨਿਆ, ਪਾਣੀ ਪਾਇਆ, ਉਸ ਮਿੱਟੀ ਨੂੰ ਗੁੰਨਿਆ, ਤਿਆਰ ਕੀਤਾ। ਤਿਆਰ ਕਰਨ ਤੋਂ ਬਾਅਦ ਉਸ ਮਿੱਟੀ ਦੇ ਕੁਝ ਭਾਂਡੇ ਬਣਾ ਲਏ, ਬਰਤਨ ਬਣਾ ਲਏ। ਉਸ ਮਿੱਟੀ ਦੇ ਕਹਿੰਦੇ ਕੁਝ ਮੇਰੇ ਬਾਬੇ ਨੇ ਆਖਿਆ ਇੱਟਾਂ ਬਣਾ ਲਈਆਂ। ਇਹ ਇਸ ਸ਼ਲੋਕ ਦਾ ਸਾਰ ਹੈ ਜਿਹੜਾ ਮੈਂ ਤੁਹਾਨੂੰ ਦੱਸਣ ਦਾ ਯਤਨ ਕਰ ਰਿਹਾ। ਗੁਰੂ ਸਾਹਿਬ ਨੇ ਆਖਿਆ, ਘੁਮਿਆਰ ਨੇ ਉਸ ਮਿੱਟੀ ਨੂੰ ਗੁੰਨਿਆ, ਤਿਆਰ ਕੀਤਾ, ਤਿਆਰ ਕਰਨ ਤੋਂ ਬਾਅਦ ਕੁਝ ਦੀਆਂ ਇੱਟਾਂ ਬਣਾ ਲਈਆਂ ਅਤੇ ਕੁਝ ਦੇ ਭਾਂਡੇ ਬਣਾ ਲਏ। ਹੁਣ ਮਿੱਟੀ ਦੇ ਭਾਂਡੇ ਨੇ, ਉਹਨਾਂ ਨੂੰ ਪਕਾਉਣਾ ਤੇ ਪਏਗਾ ਅੱਗ ਦੇ ਅੰਦਰ, ਕੁਦਰਤੀ ਗੱਲ ਏ, ਤੇ ਉਸ ਤੋਂ ਬਿਨਾਂ ਉਹ ਬਣਨਗੇ ਨਹੀਂ। ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਉਸ ਕਬਰਿਸਤਾਨ ਦੀ ਮਿੱਟੀ ਦੇ ਬਣਾਏ ਭਾਂਡਿਆਂ ਨੂੰ ਉਸ ਘੁਮਿਆਰ ਨੇ ਆਵਾ ਚਿਣ ਕੇ ਤੇ ਉਹਦੇ ਅੰਦਰ ਰੱਖ ਕੇ ਅੱਗ ਵਿੱਚ ਰੱਖ ਦਿੱਤਾ, ਸੇਕ ਵਿੱਚ ਰੱਖ ਦਿੱਤਾ। ਹੁਣ ਬਣਿਆ ਕੀ ਬਣਿਆ? ਸਾਹਿਬ ਜੀ ਕੀ ਕਹਿਣਾ ਚਾਹੁੰਦੇ ਨੇ, ਸਮਝਾਉਣਾ ਕੀ ਚਾਹੁੰਦੇ ਨੇ? ਹੁਣ ਸੁਣਿਓ, ਕਹਿੰਦੇ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਮੁਸਲਮਾਨ ਦੀ ਕਬਰ ਦੀ ਮਿੱਟੀ, ਜਿਸ ਕਬਰ ਦੇ ਅੰਦਰ ਉਹਨੂੰ ਦਫਨਾਇਆ ਗਿਆ, ਇਸ ਕਰਕੇ ਦਫਨਾਇਆ ਗਿਆ ਕਿ ਉਹ ਅੱਗ ਤੋਂ ਬਚ ਜਾਏ ਤੇ ਦੋਜ਼ਖ ਦੀ ਅਗਨ ਦੇ ਅੰਦਰ ਉਹਨੂੰ ਸੜਨਾ ਨਾ ਪਵੇ। ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਘੁਮਿਆਰ ਗਿਆ, ਉਸ ਮਿੱਟੀ ਮੁਸਲਮਾਨ ਦੀ ਕਬਰ ਦੀ ਮਿੱਟੀ ਨੂੰ ਪੱਟ ਕੇ ਲੈ ਕੇ ਆ ਗਿਆ, ਉਸ ਮਿੱਟੀ ਨੂੰ ਤਿਆਰ ਕੀਤਾ ਤੇ ਕੀ ਹੋਇਆ ਫਿਰ? ਘੜ ਭਾਂਡੇ, ਉਹਨੇ ਉਹਦੇ ਭਾਂਡੇ ਘੜ ਲਏ, ਚੱਕ ਤੇ ਰੱਖਿਆ, ਉਸ ਮਿੱਟੀ ਨੂੰ ਭਾਂਡੇ ਬਣਾ ਲਏ। ਇੱਟਾਂ ਕੀਆਂ, ਕੁਝ ਮਿੱਟੀ ਦੀਆਂ ਕਹਿੰਦੇ ਉਹਨੇ ਇੱਟਾਂ ਬਣਾ ਲਈਆਂ। ਘੜ ਭਾਂਡੇ ਇੱਟਾਂ ਕੀਆਂ, ਜਲਦੀ ਦਾ ਭਾਵ ਹੈ ਸੜਦੀ।
ਕਹਿੰਦੇ ਸ਼ਰ੍ਹਾ ਤੇ ਕਹਿ ਰਹੀ ਹੈ, ਅੱਗ ਦੇ ਅੰਦਰ ਸੜਨਾ ਨਹੀਂ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੁਣ ਉਹ ਕਬਰ ਦੀ ਮਿੱਟੀ ਜਲਦੀ ਹੈ, ਜਲ ਸੜ ਰਹੀ ਹੈ, ਜਲ ਰਹੀ ਹੈ। ਜਲਦੀ ਸ਼ਬਦ ਹੈ, ਜਲਦੀ ਨਹੀਂ ਹੈ। ਜਲਦੀ ਦਾ ਭਾਵ ਹੈ ਛੇਤੀ, ਇੱਥੇ ਹੈ ਜਲਦੀ, ਜਲਣਾ, ਸੜਨਾ। ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ। ਉਹਨੂੰ ਘੜ ਕੇ ਭਾਂਡੇ ਬਣਾ ਲਏ, ਇੱਟਾਂ ਬਣਾ ਲਈਆਂ, ਫਿਰ ਉਹਨੂੰ ਪੱਕਣ ਵਾਸਤੇ ਆਵੇ ਵਿੱਚ ਅੱਗ ਵਿੱਚ ਰੱਖ ਦਿੱਤਾ। ਤੇ ਸੱਚੇ ਪਾਤਸ਼ਾਹ ਨੇ ਆਖਿਆ ਹੁਣ ਉਹ ਕਬਰ ਦੀ ਮਿੱਟੀ ਜਲਦੀ ਪਈ ਹੈ, ਸੜਦੀ ਪਈ ਹੈ। ਤੇ ਜਲਦੀ ਸੜਦੀ ਉਹ ਪੁਕਾਰ ਕਰ ਰਹੀ ਹੈ, ਜਲਦੀ ਕਰੇ ਪੁਕਾਰ। ਕੀ ਕਰਦੀ ਹੈ? ਜਲ ਜਲ ਰੋਵੈ ਬਪੂੜੀ, ਰੋਂਦੀ ਹੈ, ਵਿਰਲਾਪ ਕਰਦੀ ਹੈ। ਝੜ ਝੜ ਪਵੈ ਅੰਗਿਆਰ, ਉੱਥੇ ਅੰਗਿਆਰ ਝੜ ਝੜ ਕੇ ਪੈਂਦੇ ਨੇ ਉਹਦੇ ਉੱਪਰ। ਕਹਿੰਦੇ ਭਲਿਆ ਤੂੰ ਤੇ ਅੱਗ ਤੋਂ ਬਚਣਾ ਚਾਹੁੰਦਾ ਸੈਂ, ਪਰ ਮੁੜ ਕੇ ਸੜਨਾ ਤੇ ਅੱਗ ਦੇ ਅੰਦਰ ਹੀ ਫਿਰ ਪੈ ਗਿਆ। ਵੈਸੇ ਗੁਰਬਾਣੀ ਦੇ ਅਨੁਸਾਰ ਜਿਹੜੇ ਬਚਨ ਨੇ ਨਾ, ਗੁਰਬਾਣੀ ਦੇ ਅੰਦਰ ਸਾਹਿਬਾਂ ਨੇ ਆਖਿਆ ਕਿ ਜੇ ਮੁਰਦੇ ਨੂੰ ਚੰਦਨ ਲਾ ਦਿਓਗੇ ਤੇ ਉਹਦਾ ਤਾਂ ਵੀ ਕੁਝ ਨਹੀਂ ਵੱਧ ਜਾਣਾ। ਸਰੀਰ ਮਿੱਟੀ ਹੈ ਨਾ, ਸਰੀਰ ਤੇ ਖਤਮ ਹੋਣ ਵਾਲਾ, ਨਾਸ਼ ਹੋਣ ਵਾਲਾ। ਮੁਰਦੇ ਨੂੰ ਚੰਦਨ ਲਾਇਆ ਵੀ ਕੁਝ ਨਹੀਂ ਹੋਣਾ। ਮੁਰਦੇ ਨੂੰ ਕੁਝ ਮਰਜ਼ੀ ਕਰ ਲਓ, ਜਾਂ ਕਹਿਣ ਦਾ ਭਾਵ ਇਹ ਆ ਕਹਿੰਦੇ ਕੋਈ ਫਰਕ ਨਹੀਂ ਉਹਨੂੰ ਪਏਗਾ, ਕੋਈ ਅਸਰ ਨਹੀਂ ਹੋਏਗਾ। ਉਹ ਤੇ ਮਿੱਟੀ ਦੀ ਢੇਰੀ ਬਣ ਗਿਆ, ਉਹ ਤੇ ਖਤਮ ਹੋ ਗਿਆ। ਉਹ ਜਿੰਨੀ ਦੇਰ ਆਤਮਾ ਅੰਦਰ ਮੌਜੂਦ ਹੈ, ਸਰੀਰ ਠੀਕ ਹੈ। ਜਦੋਂ ਆਤਮਾ ਬਾਹਰ ਨਿਕਲ ਗਈ, ਵੇਖੋ ਪਰਮਾਤਮਾ ਦੀ ਖੇਡ ਕੀ ਹੈ। ਇਹ ਸਰੀਰ ਗਲਣ ਲੱਗ ਪੈਂਦਾ ਹੈ, ਸੜਨ ਲੱਗ ਪੈਂਦਾ ਹੈ। ਫਿਰ ਬਸ ਸਾਹਿਬਾਂ ਨੇ ਇਹ ਗੱਲ ਕਹੀ ਹੈ ਕਿ ਇਹਨੂੰ, ਇਸ ਸਰੀਰ ਦੀ ਸੰਭਾਲ ਕਰਨੀ ਹੈ ਬਾਅਦ ਦੇ ਅੰਦਰ। ਹਰ ਧਰਮ ਦਾ ਆਪਣਾ ਨਹੀਂ। ਜਿਵੇਂ ਪਾਰਸੀ ਜਾਨਵਰਾਂ ਦੇ ਵਾਸਤੇ ਸੱਟ ਦਿੰਦੇ ਨੇ ਮੁਰਦੇ ਨੂੰ, ਸਰੀਰ ਨੂੰ, ਕਿ ਜਾਨਵਰ ਖਾਣਗੇ ਇਹਦਾ ਭਲਾ ਹੋਏਗਾ, ਇਹਦੇ ਪੁੰਨ, ਇਹਦੇ ਕਰਮ ਵਧਣਗੇ। ਨਾ ਉਹ ਦੱਬਦੇ ਨੇ, ਨਾ ਉਹ ਸੰਸਕਾਰਦੇ ਨੇ। ਉਹ ਜਾਨਵਰਾਂ ਦੇ ਖਾਣ ਲਈ ਜੰਗਲ ਵਿੱਚ ਕਿਸੇ ਪਾਸੇ ਸੱਟ ਆਉਂਦੇ ਨੇ। ਕੁਝ ਦਫਨਾ ਰਹੇ ਹਨ, ਕੁਝ ਸੰਸਕਾਰ ਕਰ ਰਹੇ ਨੇ। ਅਸਲੀਅਤ ਇਹ ਹੈ ਕਿ ਇਸ ਮੁਰਦੇ ਨੂੰ, ਇਸ ਤਨ ਨੂੰ ਜਿਹਦੇ ਅੰਦਰੋਂ ਆਤਮਾ ਨਿਕਲ ਗਈ, ਉਹਨੂੰ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਬਿਲੇ ਲਾਉਣਾ ਹੈ, ਟਿਕਾਣੇ ਲਾਉਣਾ ਹੈ ਬਸ। ਤੇ ਜੇ ਗੱਲ ਕਹਿ ਕੇ ਚੱਲਣੀ ਕਿ ਸਿਰਫ ਦਫਨਾਉਣਾ ਹੀ ਹੈ ਤੇ ਦਫਨਾਉਣ ਨਾਲ ਰੋਜ਼ੇ ਕਿਆਮਤ ਵਾਲੇ ਦਿਨ ਆ ਹੋਏਗਾ, ਤੇ ਗੁਰੂ ਸਾਹਿਬ ਨੇ ਆਖਿਆ ਨਹੀਂ, ਇਹ ਕੁਝ ਨਹੀਂ ਹੋਏਗਾ। ਉਹ ਤੇ ਸੜਨਾ ਫਿਰ ਵੀ ਉੱਥੇ ਹੀ ਪਏਗਾ। ਇਹ ਜਿਹੜਾ ਪਾਵਨ ਸ਼ਲੋਕ ਹੈ ਨਾ ਅੱਜ ਦਾ, ਇਹਦੇ ਨਾਲ ਇਤਿਹਾਸ ਵੀ ਜੁੜਿਆ ਹੈ, ਇਸ ਸ਼ਲੋਕ ਦੇ ਨਾਲ। ਕਿਉਂਕਿ ਜਦੋਂ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਬੈਠੇ ਸਨ, ਫਿਰ ਔਰੰਗਜ਼ੇਬ ਦਾ ਸਮਾਂ ਆਇਆ। ਹੁਣ ਜਿਹੜਾ ਔਰੰਗਜ਼ੇਬ ਹੈ, ਬੜਾ ਜ਼ਾਲਮ ਇਨਸਾਨ ਹੈ। ਜ਼ਾਲਮ ਕਿੰਨਾ ਕੁ ਹੈ, ਜਿਨਨੇ ਹਿੰਦੁਸਤਾਨ ਦਾ ਬਾਦਸ਼ਾਹ ਬਣਨ ਲਈ ਆਪਣੇ ਭਰਾਵਾਂ ਦਾ ਕਤਲ ਕਰ ਦਿੱਤਾ। ਜਿਹਨੇ ਹਿੰਦੁਸਤਾਨ ਦਾ ਬਾਦਸ਼ਾਹ ਬਣਨ ਦੇ ਵਾਸਤੇ ਆਪਣੇ ਪਿਓ ਨੂੰ ਕਤਲ ਕਰ ਦਿੱਤਾ, ਉਹ ਔਰੰਗਜ਼ੇਬ। ਕਰਾਮਾਤਾਂ ਵੇਖਣ ਦਾ ਬੜਾ ਸ਼ੌਕੀਨ ਸੀ, ਕਿ ਕਰਾਮਾਤਾਂ ਮੈਂ ਦੇਖਣੀਆਂ ਨੇ। ਮੰਨਦਾ ਇਹ ਸੀ, ਕਹਿੰਦਾ ਫਕੀਰ ਹੀ ਉਹ ਹੈ ਜਿਹੜਾ ਕਰਾਮਾਤਾਂ ਦਿਖਾਉਂਦਾ ਹੈ, ਦੂਜੇ ਨੂੰ ਫਕੀਰ ਨਹੀਂ ਸੀ ਮੰਨਦਾ। ਇਹਨੇ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਵੀ ਸੁਨੇਹਾ ਭੇਜਿਆ ਸੀ, ਆਓ ਸਾਡੇ ਕੋਲ ਦਿੱਲੀ ਪਹੁੰਚੋ, ਦਰਸ਼ਨ ਦਿਓ। ਪਰ ਗੁਰੂ ਹਰਿ ਰਾਏ ਸਾਹਿਬ ਇਹਨੂੰ ਦਰਸ਼ਨ ਨਹੀਂ ਦੇਣਾ ਚਾਹੁੰਦੇ ਸਨ। ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਭੇਜਿਆ, ਰਾਮ ਰਾਏ ਨੂੰ ਭੇਜਿਆ ਦਿੱਲੀ ਵੱਲ। ਰਾਮ ਰਾਏ ਆਇਆ ਸੀ ਕਿ ਸੱਚੇ ਬਾਦਸ਼ਾਹ ਬੜਾ ਜ਼ਾਲਮ ਬਾਦਸ਼ਾਹ ਹੈ, ਤੇ ਕਿਵੇਂ ਪਾਰ ਹੋਏਗਾ ਮੇਰਾ ਉਹਦੇ ਕੋਲ, ਜਾਂ ਕਿਵੇਂ ਮੈਂ ਉਹਦੇ ਸਵਾਲਾਂ ਦੇ ਜਵਾਬ ਉਹਦੇ ਨਾਲ ਬਚਨ ਬਿਲਾਸ ਕਰਾਂਗਾ। ਤੇ ਗੁਰੂ ਹਰਿ ਰਾਏ ਸਾਹਿਬ ਨੇ ਆਖਿਆ ਸੀ, ਰਾਮ ਰਾਏ ਖੁਸ਼ਾਮਦ ਨਹੀਂ ਕਰਨੀ। ਬਾਦਸ਼ਾਹ ਹੈ ਤੇ ਫਿਰ ਕੀ ਹੋ ਗਿਆ? ਜੇ ਬਾਦਸ਼ਾਹ ਹੈ ਤੇ ਫਿਰ ਕੀ ਹੋ ਗਿਆ? ਹੈ ਤੇ ਇਨਸਾਨ ਹੈ ਨਾ। ਤੇ ਅਗਲਾ ਬਚਨ ਗੁਰੂ ਸਾਹਿਬ ਨੇ ਆਖਿਆ ਸੀ, ਰਾਮ ਰਾਏ ਤੇਰੀ ਰਸਨਾ ਤੇ ਗੁਰੂ ਵਸੇਗਾ। ਇਹ ਬੜਾ ਵੱਡਾ ਬੋਲ ਸੀ ਕਿ ਤੇਰੀ ਰਸਨਾ ਤੇ ਗੁਰੂ ਵਸੇਗਾ, ਜੋ ਬੋਲੇਗਾ ਉਹ ਸੱਤ ਕਰ ਹੋ ਨਿਬੜੇਗਾ। ਰਾਮ ਰਾਏ ਜਦੋਂ ਜਾਣ ਲੱਗਾ ਨਾ, ਤੇ ਮਨ ਦੇ ਅੰਦਰ ਇਹ ਵਿਚਾਰ ਆਈ ਸੀ ਕਿ ਸੱਚਮੁੱਚ ਰਸਨਾ ਤੇ ਗੁਰੂ ਵਸ ਰਿਹਾ ਹੈ, ਕਿਉਂਕਿ ਜੋ ਗੁਰੂ ਕਹਿ ਰਿਹਾ ਹੈ ਉਹ ਹੋ ਰਿਹਾ ਹੈ, ਕਿ ਜੋ ਮੈਂ ਕਵਾਂਗਾ ਉਹ ਵੀ ਹੋਏਗਾ। ਤੇ ਦਿੱਲੀ ਜਾਣ ਵਾਸਤੇ ਜਿਸ ਰੱਥ ਤੇ ਰਾਮ ਰਾਏ ਬੈਠਾ ਸੀ ਨਾ, ਅਜੇ ਘੋੜਾ ਨਹੀਂ ਜੋਇਆ ਗਿਆ ਸੀ,
अजे बैठा है, घोड़ा आउणा है अजे, तो ये मन में आया मैं परख के तो वेखां। हथ का इशारा किया, रथ नूं कहंदा चल, तो रथ उस तरह चल पिया, तुर पिया सी। समझ गया सी कि मेरी रसना ते गुरु वस गया है सचमुच। उत्थे गया, बादशाह वेखिया, शाही ठाठ बाठ वेखे ने, बड़ियां करामातां विखाईयां बादशाह औरंगजेब नूं, बड़ियां। इत्थों तक कहंदे ने कि दिल्ली दे किले दी एक मोहरी दे विचों इन्हें बादशाह औरंगजेब नूं लाहौर दा किला विखा दिता सी, अंदर की कुछ हो रहा है। करामाती इन्ना कुछ सी। फर्क यही है, जो विग्यान ने हुण लभ्या, जो साइंस ने हुण लभ्या, लाइव टैलीकास्ट चल रहा है सामने, यह कुछ ही सी। वो भी उन्हें उदों लभ के विखा दिता। हुण चीज़ उही एक डिवाइस बना दी कि जिहदे जरिए कुछ हो रहा है तो उही है ना। सदियां तो, करोड़ों सालों तो ये चीज़ां मौजूद ने। इन्हें बड़ियां करामातां विखाईयां, बड़ियां। हौली हौली करामातां विखाउंदा खुशामद वाले पासे आउण लग पिया राम राय। एक दिन लगी कचहरी दे अंदर, बादशाह औरंगजेब ने, क्योंकि मैं अपने इस विषय वाल आवां, बादशाह औरंगजेब ने राम राय नूं कोल सद्दिया ते आखिया सी, राम राय, गुरु ग्रंथ साहिब दे विच एक शब्द है, एक सलोक है, मैं सुनिया गुरु नानक साहब ने उहदे विच मुसलमानां दी शरह दे बारे आ जिक्र कीता है, इस्लाम दी शरह दे बारे। मैं सुनिया है गुरु नानक साहब ने उहदे अंदर आखिया है, मिट्टी मुसलमान की पेड़ है पई घुमियार, कि मुसलमान दी मिट्टी जिन्हों मुसलमान नूं दफनाया गया, शरह कहंदी है दफनाउणा है, रोज़े क़यामत आउणगे। पर मैं सुनिया तुहाडे धर्म दे अंदर गुरु नानक साहब ने इनू कंडैम कर दिता है कि यह कुछ नहीं होएगा। हुण लिखिया तो असीं भी हुण पढ़ लिया, मिट्टी मुसलमान की लिखिया है, रोज़ सुनते आसा जी की वार दे अंदर। खुशामद दे अंदर आया राम राय, खुशामद कह लीए, डर डर तो खैर की सी, जिहदी रसना ते गुरु वसेगा, जिहदी रसना ते गुरु वस रहा है। वो दिल्ली दे अंदर बादशाह की कचहरी, जिथे एक बादशाह के हुक्म नाल इन्हें सिर लथदे भी वेखे ने, बादशाह के एक हुक्म के नाल नवा जीवन मिलता भी इन्हें वेख्या है, मौत की सज़ा मिलिया नूं बख्शदे भी इन्हें वेख्या है। एक मन के अंदर खुशामद आ गई, एक रहन सहन बादशाही ठाठ बाठ, पता नहीं की कुछ मन के अंदर आया। औरंगजेब ने आखिया कि लिखिया है मिट्टी मुसलमान की, इन्हें शब्द आखे सन नहीं बादशाह, दसन वाले ने तुहानू गलत दस दिता है, दसन वाले ने तुहानू सही नहीं दसिया। उथे शब्द मिट्टी मुसलमान नहीं, उथे शब्द है मिट्टी बेईमान की पेड़े पई घुमियार। गुरबाणी दी तुक दा एक शब्द बदल दिता, ਉਹਦੇ अर्थ ही बदल गए ना शरह दे। वेखो जे इत्थे बेईमान शब्द आउंदा तो पहला मुसलमाना सिफत शरीयत पढ़ पढ़ करें विचार इत्थों शुरू हुंदी है। इस पौड़ी के दोनों सलोक उत्थे शरह का जिक्र किया, इत्थे फिर शरह का विस्तार कर रहे ने, तो फिर दोनों के अर्थ ही जिहड़े वो तब्दील हो जाने सी। कहता नहीं बादशाह, उत्थे मिट्टी मुसलमान नहीं, उत्थे मिट्टी बेईमान है। पर मैं एक बेनती तुहानू करदा जावां, हुण ध्यान नाल सुणिओ। औरंगजेब दे बचपन की पढ़ाई जिहड़ी ना, वो सुल्तानपुर लोधी हुई जे, जिथे घर घर बाबा गावीए है, जिथे घर घर दे अंदर गुरु नानक साहब नू गाया जाता है, जिथे घर घर दे अंदर बाबे दी आसा दी वार नू पढ़िया जाता है, गाया जाता है, सुनिया जाता है। उस सुल्तानपुर लोधी की धरती ते औरंगजेब की बचपन की पढ़ाई हुई सी। मैं तो जीवन पढ़ रहा सी। प्रिंसीपल सतबीर सिंह ने लिखिया, कहते एक दिन इसकी कचहरी लगी। लिखण वाला जिन्हें इसका जीवन लिखिया वो लिख रहा है कि एक दिन बादशाह औरंगजेब की कचहरी लगी, तो उत्थे उदाहरण देने दे वास्ते औरंगजेब ने पंजाबी का एक अखान पढ़ के सुनाया। सुनियो ध्यान नाल, थोड़ा जिहा गौर करके, कि पंजाबी का एक अखान पढ़ के सुनाया। अखान किहड़ा सी जिहड़ा इन्हें पढ़ के सुनाया सी कचहरी नूं, वो भी लिखिया मिलता है इसकी जीवनी के अंदर। वो अखान है, वो कहावत सी कि चूहा खड्ड ना मावई तिक्कल बन्ने छज।
ਹੁਣ ਤੁਸੀਂ ਕਦੇ ਇਹ ਅਖਾਣ, ਅਸੀਂ ਪੰਜਾਬ ਵਾਲੇ ਹਾਂ, ਪੰਜਾਬੀ ਹਾਂ, ਸਰਦਾਰ ਹਾਂ, ਕਦੇ ਇਹ ਅਖਾਣ ਸੁਣਿਆ ਜੀ ਅੱਜ ਤੱਕ? ਚੂਹਾ ਖੱਡ ਨਾ ਮਾਵਈ ਤਿੱਕਲ ਬੰਨ੍ਹੈ ਛੱਜ, ਨਹੀਂ ਸੁਣਿਆ ਨਾ। ਅਸੀਂ ਸਿੱਖ ਹਾਂ। ਉਹ ਔਰੰਗਜ਼ੇਬ ਇੱਕ ਮੁਸਲਮਾਨ ਹੈ, ਬਾਦਸ਼ਾਹ ਕੱਟੜ ਆਪਣੇ ਧਰਮ ਵਿੱਚ। ਅਸਲ ਵਿੱਚ ਇਹ ਅਖਾਣ ਨਹੀਂ ਹੈ। ਹੁਣ ਧਿਆਨ ਨਾਲ ਸਮਝਿਓ ਇਸ ਗੱਲ ਨੂੰ। ਇਹ ਅਖਾਣ, ਇਹ ਕਹਾਵਤ ਨਹੀਂ ਹੈ, ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਇੱਕ ਗੁਰੂ ਨਾਨਕ ਸਾਹਿਬ ਜੀ ਦਾ, ਕਿ ਚੂਹਾ ਆਪ ਤੇ ਖੁੱਡ ਵਿੱਚ ਵੜ ਨਹੀਂ ਸਕਦਾ ਤੇ ਪਿੱਛੇ ਪੂਛ ਨਾਲ ਛੱਜ ਬੰਨ੍ਹ ਕੇ ਖੁੱਡ 'ਚ ਵੜਨ ਨੂੰ ਫਿਰਦਾ। ਹੁਣ ਜਿਸ ਔਰੰਗਜ਼ੇਬ ਨੂੰ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਤੱਕ ਯਾਦ ਹੈ ਕਿ ਚੂਹਾ ਖੱਡ ਨਾ ਮਾਵਈ ਤਿੱਕਲ ਬੰਨ੍ਹੈ ਛੱਜ, ਤੇ ਉਹਨੂੰ ਇਹ ਵੀ ਪਤਾ ਸੀ ਕਿ ਮਿੱਟੀ ਮੁਸਲਮਾਨ ਹੀ ਹੈ, ਮਿੱਟੀ ਬੇਈਮਾਨ ਨਹੀਂ ਹੈ, ਮਿੱਟੀ ਮੁਸਲਮਾਨ ਹੀ ਹੈ। ਪਰ ਰਾਮ ਰਾਏ ਕਹਿੰਦਾ ਮਿੱਟੀ ਬੇਈਮਾਨ ਸ਼ਬਦ ਹੈ। ਉਸ ਦਿਨ ਔਰੰਗਜ਼ੇਬ ਨੇ ਸਮਝ ਲਿਆ ਸੀ ਇਹ ਖੁਸ਼ਾਮਦ ਵਿੱਚ ਆ ਗਿਆ, ਇਹ ਗੁਰੂ ਤੋਂ ਗਿਆ, ਇਹ ਖਤਮ ਹੈ। ਜਿਹੜਾ ਦੇਹਰਾਦੂਨ ਹੈ ਨਾ, ਦੇਹਰਾਦੂਨ, ਇਹ ਪੂਰੀ ਦੀ ਪੂਰੀ ਦੂਣ ਬਾਦਸ਼ਾਹ ਔਰੰਗਜ਼ੇਬ ਨੇ ਰਾਮ ਰਾਏ ਦੇ ਨਾਮ ਲਿਖ ਦਿੱਤੀ ਸੀ, ਤੂੰ ਉੱਥੇ ਜਾ ਕੇ ਰਹਿ। ਹੁਣ ਪੂਰੀ ਦੀ ਪੂਰੀ ਦੂਣ ਇੱਥੇ ਜਾ ਕੇ ਇਹਨੇ ਆਪਣਾ ਦੇਹੁਰਾ ਬਣਾਇਆ, ਜਿਹਨੂੰ ਰਾਮ ਰਾਏ ਦਾ ਦੇਹੁਰਾ ਕਿਹਾ ਜਾਂਦਾ ਸੀ, ਜਾਂ ਕਿਆ ਇਹ ਸ਼ਬਦ ਵਰਤੇ ਜਾਂਦੇ ਸਨ। ਉਹ ਦੂਣ ਜਿੱਥੇ ਰਾਮ ਰਾਏ ਦਾ ਦੇਹੁਰਾ ਹੈ, ਹੌਲੀ ਹੌਲੀ ਰਾਮ ਰਾਏ ਦਾ ਨਾਮ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਤੇ ਦੇਹੁਰਾ ਸੀ ਜਿੱਥੇ ਉਹ ਦੂਣ, ਉਹਨੂੰ ਦੇਹਰਾਦੂਨ ਕਰ ਦਿੱਤਾ ਗਿਆ। ਇਹ ਰਾਮ ਰਾਏ ਨੇ ਵਸਾਇਆ ਸ਼ਹਿਰ ਦੇਹਰਾਦੂਨ। ਇੱਕ ਗੱਲ ਦੱਸਾਂ, ਅੱਜ ਵੀ ਸਾਰੇ ਦਾ ਸਾਰਾ ਜਿਹੜਾ ਦੇਹਰਾਦੂਨ ਸ਼ਹਿਰ ਹੈ ਉਹ ਰਾਮ ਰਾਏ ਦੀ ਪ੍ਰੋਪਰਟੀ ਜੇ। ਅੱਜ ਵੀ ਰਾਮ ਰਾਏ ਦੇ ਨਾਮ ਤੇ ਆ ਸ਼ਹਿਰ, ਉਹ ਪੂਰੀ ਦੀ ਪੂਰੀ ਦੂਣ। ਖੈਰ, ਜਦੋਂ ਇਹਨੇ ਤੁਕ ਬਦਲੀ ਤੇ ਇਹ ਵਾਪਸ ਚੱਲਿਆ ਉਧਰ, ਸਤਿਗੁਰਾਂ ਨੂੰ ਪਤਾ ਲੱਗ ਗਿਆ ਤੇ ਗੁਰੂ ਹਰਿ ਰਾਏ ਸਾਹਿਬ ਨੇ ਬੋਲ ਕਹੇ ਸਨ, ਆਖਿਆ ਸੀ ਅੱਜ ਤੋਂ ਬਾਅਦ ਰਾਮ ਰਾਏ ਸਾਡਾ ਸਿੱਖ ਨਹੀਂ ਹੈ। ਤੇ ਸ਼ਾਇਦ, ਮੈਂ ਸ਼ਾਇਦ ਕਹਿ ਰਿਹਾ, ਇਹ ਪਹਿਲਾ ਸੀ ਜਿਹਨੂੰ ਧਰਮ ਦੇ ਵਿੱਚੋਂ ਛੇਕਿਆ ਗਿਆ ਸੀ। ਤੇ ਗੁਰੂ ਨੇ ਖੁਦ ਆਪ, ਉਹ ਜਿਹੜੇ ਕਹਿੰਦੇ ਨੇ ਨਾ ਇਤਿਹਾਸ ਵਿੱਚ ਛੇਕਣ ਦੀ ਪ੍ਰਥਾ ਹੀ ਨਹੀਂ ਸੀ, ਇਹ ਪਹਿਲਾ ਸੀ ਜਿਹਨੂੰ ਧਰਮ ਵਿੱਚੋਂ ਛੇਕਿਆ ਗਿਆ, ਤੇ ਜਿਹਦੇ ਲਈ ਗੁਰੂ ਸਾਹਿਬ ਦੇ ਬੋਲ ਨੇ, ਰਾਮ ਰਾਏ ਨੂੰ ਕੋਈ ਮੂੰਹ ਨਹੀਂ ਲਾਏਗਾ ਆਪਣੇ, ਰਾਮ ਰਾਏ ਨੂੰ ਕੋਈ ਸਿੱਖ ਆਪਣੇ ਮੂੰਹ ਨਹੀਂ ਲਾਏਗਾ। ਤੇ ਜਾਓ ਜਾ ਕੇ ਰਾਮ ਰਾਏ ਨੂੰ ਕਹਿ ਦਿਓ ਜਿਸ ਪਾਸੇ ਉਹਦਾ ਮੂੰਹ ਹੈ ਉਸ ਪਾਸੇ ਨੂੰ ਚਲਾ ਜਾਏ, ਸਾਡੇ ਵੱਲ ਆਉਣ ਦੀ ਲੋੜ ਨਹੀਂ। ਗੁਰੂ ਸਾਹਿਬ ਨੇ ਉਹਨੂੰ ਮੂੰਹ ਨਹੀਂ ਲਾਇਆ ਸੀ। ਹਾਂ, 10ਵੇਂ ਪਾਤਸ਼ਾਹ ਦੇ ਵੇਲੇ ਬਖਸ਼ਿਆ ਗਿਆ। ਸਾਡੀ ਰਹਿਤ ਮਰਿਆਦਾ ਦੇ ਅੰਦਰ ਅੱਜ ਵੀ ਇਹ ਸ਼ਬਦ ਹੈ ਕਿ ਸਿੱਖ ਨੇ ਰਾਮ ਰਾਈਆਂ ਦੇ ਨਾਲ ਨਹੀਂ ਵਰਤਣਾ, ਰੋਟੀ ਬੇਟੀ ਦੀ ਸਾਂਝ ਰਾਮ ਰਾਈਆਂ ਨਾਲ ਨਹੀਂ ਕਰਨੀ। ਅੱਜ ਵੀ ਰਹਿਤ ਮਰਿਆਦਾ ਦੇ ਅੰਦਰ। ਖੈਰ, ਉਹ ਇਤਿਹਾਸ ਬੜਾ ਲੰਮਾ ਹੈ। ਉਹ ਕਾਰਨ ਕੀ ਸੀ? ਵੇਖੋ, ਇੱਕ ਤੁਕ ਬਦਲਣ ਦੇ ਬਦਲੇ ਇਹੀ ਸੀ ਉਹ ਪੰਗਤੀਆਂ ਜਿਹਦੇ ਕਰਕੇ ਗੁਰੂ ਸਾਹਿਬ ਨੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਸੀ ਕਿ ਕੋਈ ਸਿੱਖ ਇਹਨੂੰ ਮੱਥੇ ਨਹੀਂ ਲਾਏਗਾ, ਮੂੰਹ ਨਹੀਂ ਲਾਏਗਾ। ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਘੜ ਭਾਂਡੇ ਬਣਾ ਲਏ, ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਉਹ ਇੱਟਾਂ ਬਣ ਕੇ, ਭਾਂਡੇ ਬਣ ਕੇ ਉਹ ਮਿੱਟੀ ਜਲਦੀ ਪਈ ਹੈ, ਸੜਦੀ ਪਈ, ਪੁਕਾਰ ਕਰਦੀ, ਜਲ ਜਲ ਰੋਵੈ ਬੱਪੜੀ, ਝੜ ਝੜ ਪਵੈ ਅੰਗਿਆਰ। ਤੇ ਨਾਲ ਮੇਰੇ ਪਾਤਸ਼ਾਹ ਨੇ ਆਖਿਆ, ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ। ਜਿਸ ਕਰਤਾਰ ਨੇ, ਵਾਹਿਗੁਰੂ ਨੇ ਸਭ ਕੁਝ ਕੀਤਾ ਹੈ ਨਾ, ਜਿਹੜਾ ਕਾਰਨ ਹੈ ਇਹਦਾ, ਉਹ ਸਭ ਕੁਝ ਜਾਣਦਾ ਹੈ, ਉਹਨੂੰ ਸਭ ਪਤਾ ਹੈ, ਉਹਦੇ ਤੋਂ ਕੁਝ ਲੁਕਿਆ ਨਹੀਂ, ਕੁਝ ਛੁਪਿਆ ਨਹੀਂ। ਅੱਗੇ ਫਿਰ ਮੇਰੇ ਪਾਤਸ਼ਾਹ ਨੇ ਜਿਹੜੀ ਪੌੜੀ ਹੈ ਨਾ, ਉਹਦੇ ਅੰਦਰ ਆਖਿਆ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਪਾਇਓ ਤੇ ਪਾਇਆ ਦੋ ਸ਼ਬਦ ਨੇ। ਪਾਇਓ ਪਾਸਟ ਜਿਹੜਾ ਲੰਘ ਗਿਆ, ਤੇ ਪਾਇਆ ਹੁਣ ਜਿਹੜਾ ਚੱਲ ਰਿਹਾ ਹੈ। ਸੱਚੇ ਪਾਤਸ਼ਾਹ ਨੇ ਆਖਿਆ ਕਿ ਪਿਛਲੇ ਸਮੇਂ ਦੇ ਅੰਦਰ ਵੀ ਜਿਹੜਾ ਲੰਘ ਚੁੱਕਿਆ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ। ਜੇ ਕਿਸੇ ਨੇ ਰੱਬ ਨੂੰ, ਵਾਹਿਗੁਰੂ ਨੂੰ ਪਾਉਣ ਦਾ ਯਤਨ ਕੀਤਾ ਤੇ ਗੁਰੂ ਤੋਂ ਬਿਨਾਂ ਨਹੀਂ ਉਹਦੇ ਕੋਲੋਂ ਪਾਇਆ ਗਿਆ ਸੀ, ਨਾ ਪਹਿਲਾਂ ਤੇ ਨਾ ਹੁਣ। ਬਿਨ ਸਤਿਗੁਰ ਕਿਨੈ ਨਾ ਪਾਇਆ, ਨਾ ਹੁਣ ਪਾਇਆ ਗਿਆ ਕਿਸੇ ਕੋਲੋਂ, ਭਾਵ ਗੁਰੂ ਤੋਂ ਬਿਨਾਂ ਨਹੀਂ ਮਿਲਣਾ। ਭਾਵੇਂ ਜੇ ਮਨ ਦੇ ਅੰਦਰ ਇਹ ਆ ਕਿ ਦਫਨਾ ਦਿਓ ਤੇ ਦਫਨਾਉਣ ਨਾਲ ਰੱਬ ਮਿਲ ਜਾਏਗਾ ਜੱਜਮੈਂਟ ਡੇ, ਰੋਜ਼ੇ ਕਿਆਮਤ ਦੇ ਦਿਨ, ਪਾਤਸ਼ਾਹ ਨੇ ਆਖਿਆ ਨਹੀਂ ਭਲਿਓ, ਗੁਰੂ ਤੋਂ ਬਿਨਾਂ ਕੁਝ ਨਹੀਂ। ਪਹਿਲਾਂ ਬਜ਼ੁਰਗ ਇਹ ਗੱਲਾਂ ਕਹਿੰਦੇ ਹੁੰਦੇ ਸਨ ਕਿ ਸ਼ਾਹ ਬਿਨਾਂ ਪੱਤ ਨਹੀਂ, ਗੁਰ ਬਿਨਾਂ ਗੱਤ ਨਹੀਂ। ਕਿ ਸ਼ਾਹ ਬਿਨਾਂ, ਕਿਉਂਕਿ ਪੈਸਾ ਧੇਲਾ ਉਹਦੇ ਕੋਲੋਂ ਮਿਲਣਾ ਸੀ,
कि शाह बिना पत नहीं, तो हुण वो भी खत्म हो गया जे, परसों भी खत्म कर दिता गया। शाह बिना पत नहीं वाला अखान भी खत्म हो गया जी, शाह ही खत्म कर दिते, शाह ही खत्म कर दिते। जिहदे कोल जिमीदार जांदा सी ना, अपने काम पैना, धी दा विआह होना, कोई काम होना, तो पैसे फड़ के लै आने, आखना जो फसल आएगी तेनों कटा देंगा। उदों हुण सिस्टम ही खत्म कर दिता। हुण फसल कॉरपोरेट के अंडर कर दी, वो मर्जी है, वो पैसे थोड़ी एडवांस देगा किसी को, कोई मतलब ही नहीं उहदा। ते शाह तो देंदा सी, आड़तीआ देंदा सी, पता सी फसल मेरे को आनी है, हुण कॉरपोरेट थोड़ी देगी। वो भी शाह बिना पत नहीं भी शायद हुण खत्म हो गया जी, ये अखान भी खत्म हो गया। पर गुर बिना गत नहीं, ये कदे भी खत्म नहीं जी हो सकता, क्योंकि इनू संसार खत्म नहीं कर सकता। ये अध्यात्म की दुनिया है। बिन सतगुर किनै ना पायो, बिन सतगुर किनै ना पाया, कहते सतगुर विच आप रखियोन, रखियोन। असल विच परमात्मा ने गुरु विच अपने आप नूं रखिया है। सतगुर प्रसाद लिखिया है ना कि गुरु की कृपा नाल मिलता है, उस तो बिना नहीं। एक ओंकार सतगुर प्रसाद नाल मिलता है। सतगुर विच आप रखियोन, कर प्रगट आख सुनाया। वो गुरु दे विचों प्रगट हो के ना परमात्मा, उन्हें अपने आप नूं गुरु विच रखिया है, सतगुरु विच रखिया है, तो सतगुरु दे विच रख के प्रगट हो के वो गुरु दी राही ही बोल के सुना रहा है सब कुछ। तां ही क्या ना, गुर परमेश्वर एको जान, कोई फर्क नहीं उन्हां दे अंदर। गुरु ते परमेश्वर एको ही है। पार ब्रह्म गुर नाही भेद, गुरु ते परमात्मा विच कोई भेद नहीं, कोई अंतर नहीं। सतगुर विच आप रखे होन, कर प्रगट आख सुनाया। कहते सतगुर मिलिया सदा मुक्त है। असल विच सतगुर मिलिया, जिन्हां नूं गुरु मिल गया जां जिहड़े गुरु नूं मिल पए, वो सदा लई मुक्त हो जाणगे। मुक्त है ही हो, गुरु तो बिना मुक्ति नहीं मिलनी। सतगुर मिलिया सदा मुक्त है, जिन विचों मोह चुकाया। एक कंडीशन भी रख दी कि जिन्हां ने अपने अंदरों मोह भी जिहड़ा है, वो विकार जिहड़े ने वो भी खत्म कर लए। ये कंडीशन भी नाल रखी है। जिन्हां ने विकार खत्म कर लए, मोह खत्म कर लिया, गुरु नूं मिल पए, वो सदा लई मुक्त हो गए। फिर उत्तम इहो विचार है, जिन सच्चे स्यों चित लाया। कहते विचार सचमुच उत्तम है, उत्तम है ये विचार। जिन्हें सच्चे दे नाल अपना चित्त जोड़ लिया ना, सच्चे दे नाल, ये उत्तम विचार है। धर्म के ग्रंथ भी यही कह रहे हैं कि यही उत्तम विचार है कि गुरु तो बिना किसी को ना मिलिया है तो ना मिलना है। मोह विचों बाहर कढ़ना पएगा। जिन्हें सच्चे नाल चित्त ला लिया उन्होंने मिलेगा जरूर। अगे अखीरली पंक्ति गुरु साहब ने आख्या, जग जीवन दाता पाया। जग जीवन, जगत नूं जीवन देन वाला, जगत का जीवन सब नूं दाता देन वाला जिहड़ा परमात्मा है, कहंदे फिर उन्हें पा लिया, उन्होंने मिल गया। किनू? जिहड़ा गुरु नूं मिलिया, तो गुरु नूं मिल के जिन्हें अंदरों अपना मोह चुका लिया। जिन्हें, क्योंकि दो श्लोक ने, दोनों श्लोकों के अंदर कुछ धर्मां का जिक्र किया कि आ धर्म विच आ कुछ, इहदे विच आ कुछ। इस्लाम वीर नूं मनण वाले वीर आ करते हैं, हिंदू धर्म नूं मनण वाले जोगी आ करते हैं, सब कुछ दसिया। पर अखीर ते आख्या कि बिन सतगुर किनै ना पायो। जो मर्जी कर लो, गुरु तो बिना नहीं मिलना उन्हें। ना किसी को मिलिया, बिन सतगुर किनै ना पाया, तो ना किसी तो पाया गया जी। गुरु तो बिना वो परमात्मा नहीं मिलेगा। इस करके ही सानू गुरु दे लड़ लाया है। गुरु दे जरिए ही परमात्मा नू मिलन दा रस्ता मेरे पातशाह ने दसिया है। सो छेवीं पौड़ी की अज संपूर्णता है। बड़ियां रहमतां दे अंदर मेरे पातशाह ने कीतियां ने, बड़ियां बख्शिशां बख्शियां ने। सो इन्नियां को बेनतियां प्रवान। कल नू 7वीं पौड़ी के श्लोकां की शुरुआत होएगी। सो गुर शब्द गुर इतिहास की विचार करदियां होइयां बेअंत भुलां दी खिमा। सतगुरु सच्चे पातशाह ते आप सरबत संगत बख्शनहार हो जी। करो गुर फतेह दी सांझ। वाहे गुरु जी का खालसा, वाहे गुरु जी की फतेह।